ਕਹਿੰਦੇ ਨੇ ਕਿ ਕਿਸਮਤ ਖਿਡੌਣਿਆਂ ਦੇ ਨਾਲ ਨਹੀਂ ਬਲਕਿ ਜ਼ਿੰਦਗੀ ਦੇ ਨਾਲ ਖੇਡਦੀ ਹੈ ਅਤੇ ਜਿਸ ਇਨਸਾਨ ਨੂੰ ਕਿਸਮਤ ਦੇ ਨਾਲ ਖੇਡਣਾ ਆ ਜਾਏ ਤਾਂ ਉਹ ਇਨਸਾਨ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਸਕਦਾ। ਕਿੰਨੇ ਸਾਲ ਤੋਂ ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਸੀ? ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ सर 1996 आए थे, 26 साल हो गए। 1996 ਤੋਂ ਹੀ ਰੇੜੀ ਜੂਸ ਦੀ ਲਾ ਰਹੇ काम ही कर रहा हूँ सर, सेक्टर 9 में जूस का काम ही कर रहा हूँ 1996 से। ਤੁਹਾਡੇ ਬੇਟੇ ਜੋ ਕਿ ਵਿਪਿਨ ਯਾਦਵ ਜੋ ਕਿ ਹੁਣ ਸਬ ਇੰਸਪੈਕਟਰ ਦੇ ਵਜੋਂ ਭਰਤੀ ਹੋਏ ਨੇ, ਕਿੰਨੀ ਕਿ ਸਟਰਗਲ ਰਹੀ ਹੈ? ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਸਵਾਲ ਇਹ ਵੀ ਆ ਜਾਂਦਾ ਕਿ ਪੈਸਾ ਜਦੋਂ ਕਹਿੰਦੇ ਨੇ ਕਿ ਪੇਪਰ ਹੋਵੇ ਜਾਂ ਫਿਰ ਸਟੱਡੀ ਕਰਨੀ ਹੋਵੇ, ਪੜ੍ਹਾਈ ਦੇ ਲਈ ਵੀ ਬਹੁਤ ਸਾਰਾ ਪੈਸਾ ਲੱਗਦਾ, ਕਿਵੇਂ ਉਹ ਸਾਰਾ ਤੁਸੀਂ बस सर इधर उधर से कर लेते थे, कुछ अपने आप से कर लेते थे, इसको देते रहते थे पढ़ाई के लिए। परेशानियाँ तो बहुत आई लेकिन उसको करके देना पड़ा, उसको मैं परेशानी नहीं उठाने दी। अपनी मेहनत करके इधर उधर से करके अपने सारे खर्चे रोक के उसको मैं देता रहा। ਚਾਹੁੰਦੇ ਸੀ ਬਚਪਨ ਤੋਂ? ਤੁਹਾਨੂੰ ਤਾਂ ਦੱਸਦੇ ਹੋਣੇ ਕਿ ਮੈਂ ਪੁਲਿਸ ਦੇ ਵਿੱਚ ਜਾਣਾ, ਕਦੇ ਦੱਸਦੇ ਸੀ ਗੱਲਬਾਤ? पहले तो पॉलिटेक्निक किया था, सोचा था जेई बन जाएंगे। उसके बाद रेलवे में पेपर दिया, स्टेशन मास्टर में 1 नंबर से रह गया। फिर रेलवे में दिया, निकल गया, CIS में निकल गया। CISF ਦਾ ਵੀ ਕਲੀਅਰ ਹੋ ਚੁੱਕਿਆ ਸੀ। 28 दिसंबर जॉइनिंग लेटर घर पे आया। ਕਹਿ ਰਹੇ ਹੋ ਕਿ 3 ਮਹੀਨਿਆਂ ਦੇ ਵਿੱਚ 3 ਨੌਕਰੀਆਂ ਉਹਨਾਂ ਨੇ 2 ਛੱਡੀਆਂ ਨੇ, ਤੀਸਰੀ ਲੱਗੀ। एक 28 दिसंबर को सर आई थी, एक 18 जनवरी को रिजल्ट आया, उसमें भी निकला था। उसके बाद ये 13 मार्च को, वही जनवरी में इसका मेडिकल हो गया, निकल गया, इसको पूरा पक्का हो गया मैं हो जाऊंगा, तो फिर इसका 13 मार्च को ज्वाइन। ਉਹਨਾਂ ਨੇ ਸਬ ਇੰਸਪੈਕਟਰ ਦਾ ਦੱਸਿਆ, ਉਦੋਂ ਕਿਵੇਂ ਕੀ ਕਰ ਰਹੇ ਸੀ ਤੁਸੀਂ ਤੇ ਕਿੰਨੀ ਕੁ ਉਦੋਂ ਖੁਸ਼ੀ ਤਾਂ ਹੁੰਦੀ ਹੈ ਜਦੋਂ ਪਰਿਵਾਰ ਨੂੰ? हाँ, मेरे माँ बाप, मेरे भाई, मेरे सबको बहुत हुई थी। हम लोग यहाँ से गए थे उसकी ज्वाइनिंग करा के। ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਵੱਡੇ ਰੈਂਕ ਦੀ ਜਾਂ ਫਿਰ ਸਬ ਇੰਸਪੈਕਟਰ ਜਾਂ ਫਿਰ ਰੇਲਵੇ ਵਗੈरह ਦੀ ਤਿਆਰੀ ਕਰ ਰਹੇ ਹੋ। ਤੁਸੀਂ ਦੱਸੋਗੇ ਕਿ ਕਿੰਨੇ ਕੁ ਘੰਟੇ ਤੁਹਾਡਾ ਬੇਟਾ ਪੜ੍ਹਦਾ ਸੀ? सर कम से कम वो 15 घंटा पढ़ता था, कम से कम 6 घंटे से ज़्यादा नहीं सोता था, क्योंकि सुबह 4 बजे दौड़ने के लिए चला जाता, रात 10 बजे तक बनाना खाता था, वही बीच बीच सोता था। ਤਾਂ ਮਾਣਾ ਕਿ ਚੰਡੀਗੜ੍ਹ ਰਹਿ ਕੇ ਤੁਸੀਂ ਇਹੀ ਕੰਮ ਕਰਨਾ? मैं तो सर जब तक अपना बिजनेस है तब तक करेंगे, नया काम कोई नहीं करेंगे। अगर ये बंद हो जाता है फिर यूपी जाए। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਕਹਿੰਦੇ ਨੇ ਕਿ ਕਿਸਮਤ ਖਿਡੌਣਿਆਂ ਦੇ ਨਾਲ ਨਹੀਂ ਬਲਕਿ ਜ਼ਿੰਦਗੀ ਦੇ ਨਾਲ ਖੇਡਦੀ ਹੈ ਅਤੇ ਜਿਸ ਇਨਸਾਨ ਨੂੰ ਕਿਸਮਤ ਦੇ ਨਾਲ ਖੇਡਣਾ ਆ ਜਾਏ ਤਾਂ ਉਹ ਇਨਸਾਨ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਸਕਦਾ। ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤੇ ਇੱਕ ਸ਼ਖਸ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੇ ਜੋ ਕਿ ਚੰਡੀਗੜ੍ਹ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੂਸ ਦੀ ਰੇਹੜੀ ਲਾ ਰਹੇ ਨੇ। ਪਰ ਜਦੋਂ ਕਹਿੰਦੇ ਨੇ ਕਿ ਛੋਟੇ ਤੋਂ ਛੋਟਾ ਕੰਮ ਹੋਵੇ ਪਰ ਜੇਕਰ ਉਹ ਕੰਮ ਵੀ ਲਗਨ ਤੇ ਸਖਤ ਮਿਹਨਤ ਦੇ ਨਾਲ ਕੀਤਾ ਜਾਵੇ ਤਾਂ ਫਿਰ ਪਰਮਾਤਮਾ ਇੱਕ ਦਿਨ ਤੁਹਾਡੀ ਬਾਂਹ ਜ਼ਰੂਰ ਫੜਦਾ ਹੈ। ਮੈਂ ਦੱਸ ਦੇਵਾਂ ਕਿ ਇੱਥੇ ਮੇਰੇ ਨਾਲ ਬਾਬੂ ਲਾਲ ਜੀ ਮੌਜੂਦ ਨੇ ਜੋ ਕਿ ਚੰਡੀਗੜ੍ਹ ਦੇ ਵਿੱਚ ਜੂਸ ਦੀ ਰੇਹੜੀ ਚਲਾ ਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੇ ਨੇ। ਪਰ ਉਹਨਾਂ ਦੇ ਬੇਟੇ ਜੋ ਕਿ ਵਿਪਿਨ ਯਾਦਵ ਜਿਨ੍ਹਾਂ ਦਾ ਨਾਮ ਆ ਅਤੇ ਹੁਣ ਉਹ ਸਬ ਇੰਸਪੈਕਟਰ ਯਾਨੀ ਕਿ ਸਬ ਇੰਸਪੈਕਟਰ ਦੇ ਵਜੋਂ ਭਰਤੀ ਹੋਏ ਨੇ ਯੂਪੀ ਦੇ ਵਿੱਚ, ਕਿਉਂਕਿ ਉੱਤਰ ਪ੍ਰਦੇਸ਼ ਤੋਂ ਨੇ ਪਰ ਕੁਝ ਸਾਲ ਪਹਿਲਾਂ ਇੱਥੇ ਆਏ ਸੀ। ਗੱਲਬਾਤ ਕਰਾਂਗੇ ਅਤੇ ਇਹਨਾਂ ਦੀ ਮਿਹਨਤ ਜੋ ਆਪਣੇ ਬੇਟੇ ਦੇ ਲਈ ਇਹਨਾਂ ਦੇ ਵੱਲੋਂ ਕੀਤੀ ਗਈ ਜਿਸ ਕਰਕੇ ਅੱਜ ਉਹ ਸਬ ਇੰਸਪੈਕਟਰ ਦੀ ਪੋਸਟ ਤੇ ਭਰਤੀ ਹੋਏ ਨੇ। ਬਾਬੂ ਲਾਲ ਜੀ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਵੀ। थैंक यू सर, थैंक यू। ਸਭ ਤੋਂ ਪਹਿਲਾਂ ਕਿੰਨੇ ਸਾਲ ਤੋਂ ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਸੀ? ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ ਹੋ? सर 1996 आए थे, 26 साल हो गए। 1996 ਦੇ ਵਿੱਚ ਆ ਗਏ ਸੀ। हाँ जी, हाँ जी। 1996 ਤੋਂ ਹੀ ਰੇੜੀ ਜੂਸ ਦੀ ਲਾ ਰਹੇ? काम ही कर रहा हूँ सर, सेक्टर 9 में जूस का काम ही कर रहा हूँ 1996 से। 27-28 ਸਾਲ ਹੋ ਗਏ। हाँ, 27 साल हो गए सर। ਅੱਛਾ, ਤੁਹਾਡੇ ਬੇਟੇ ਜੋ ਕਿ ਵਿਪਿਨ ਯਾਦਵ ਜੋ ਕਿ ਹੁਣ ਸਬ ਇੰਸਪੈਕਟਰ ਦੇ ਵਜੋਂ ਭਰਤੀ ਹੋਏ ਨੇ, ਕਿੰਨੀ ਕਿ ਸਟਰਗਲ ਰਹੀ ਹੈ? ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਸਵਾਲ ਇਹ ਵੀ ਆ ਜਾਂਦਾ ਕਿ ਪੈਸਾ ਜਦੋਂ ਕਹਿੰਦੇ ਨੇ ਕਿ ਪੇਪਰ ਹੋਵੇ ਜਾਂ ਫਿਰ ਸਟੱਡੀ ਕਰਨੀ ਹੋਵੇ, ਪੜ੍ਹਾਈ ਦੇ ਲਈ ਵੀ ਬਹੁਤ ਸਾਰਾ ਪੈਸਾ ਲੱਗਦਾ, ਕਿਵੇਂ ਉਹ ਸਾਰਾ ਤੁਸੀਂ ਕੀਤਾ? बस सर इधर उधर से कर लेते थे, कुछ अपने आप से कर लेते थे, इसको देते रहते थे पढ़ाई के लिए। परेशानियाँ तो बहुत आई लेकिन उसको करके देना पड़ा, उसको मैं परेशानी नहीं उठाने दिया। अपनी मेहनत करके इधर उधर से करके अपने सारे खर्चे रोक के उसको मैं देता रहा। बाकी तो चलता रहा, वो भी पढ़ाई में अच्छा था, इसलिए मेरे को ये लगा कि कुछ करना चाहिए इसके लिए, चाहे हम कुछ अपने लिए करें या ना करें। तो ये मेहनत करके जो हमारे पास बचता था, नहीं इधर उधर मंडी वालों से कह के भेज के फिर मंडी वालों को बाद में देता था। इसी तरह से मैंने सर उसको। ਅੱਛਾ, ਤੁਸੀਂ ਇੱਥੇ ਰਹਿ ਰਹੇ ਸੀ ਚੰਡੀਗੜ੍ਹ ਦੇ ਵਿੱਚ 1996 ਤੋਂ, ਤੁਹਾਡੇ ਬੇਟੇ ਉੱਤਰ ਪ੍ਰਦੇਸ਼ ਹੀ ਰਹਿ ਰਹੇ? तो मेरे माँ बाप साथ रहते थे। हाँ, खर्चा मैं देता था। उसके बाद 4 साल इलाहाबाद में तैयारी अकेले किया, जाके बनाना खाना पढ़ना सब कुछ।
4 ਸਾਲ ਇਲਾਹਾਬਾਦ ਰਹੇ। हाँ, अकेले रहा सर। हाँ, अच्छी ਚਾਹੁੰਦੇ ਸੀ ਬਚਪਨ ਤੋਂ, ਤੁਹਾਨੂੰ ਤਾਂ ਦੱਸਦੇ ਹੋਣੇ ਕਿ ਮੈਂ ਪੁਲਿਸ ਦੇ ਵਿੱਚ ਜਾਣਾ, ਕਦੇ ਦੱਸਦੇ ਸੀ, ਗੱਲਬਾਤ ਹੁੰਦੀ? पहले तो पॉलिटेक्निक किया था, सोचा था जेई बन जाएंगे। उसके बाद रेलवे में पेपर दिया, स्टेशन मास्टर में 1 नंबर से रह गया। फिर रेलवे में दिया, निकल गया। CIS में निकल गया। फिर उसको ये लगा कि मैं उत्तर प्रदेश में घर के नज़दीक ही जो है निकल लूँ। ਅੱਛਾ, CISF ਦਾ ਵੀ ਕਲੀਅਰ ਹੋ ਚੁੱਕਿਆ ਸੀ। 28 दिसंबर जॉइनिंग लेटर घर पे आया है। हाँ हाँ, रेलवे का भी पेपर निकल गया था। CISF ਦਾ ਵੀ ਨਿਕਲਿਆ ਤੇ ਰੇਲਵੇ ਦਾ ਵੀ ਕਲੀਅਰ ਹੋ ਗਿਆ ਸੀ। हाँ, क्लियर है दोनों। हाँ, ਗਏ ਨਹੀਂ ਬਟ ਉਹਨਾਂ ਨੇ ਜੁਆਇਨਿੰਗ। हाँ, इसको कंफर्म था कि मैं सब इंस्पेक्टर बनूंगा। उसमें मेरी पोस्टिंग लेट होगी, इसमें 5 साल बाद कुछ बन जाऊंगा, ये सोच के गया सर। ਮਤਲਬ ਉਹ ਪੁਲਿਸ ਦਾ ਹੀ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਸਬ ਇੰਸਪੈਕਟਰ ਦੇ ਵਜੋਂ। छोड़ दिया। 3 महीने में तीनों आई थी, तो उसको लग रहा था मेरा क्लियर है सर। वेरिफिकेशन वगैरह हो गया था, निकल गया था, मेडिकल में निकल गया था। फिर कोई रोक नहीं थी, इसलिए इसके लिए वो बैठा रहा। ਕਹਿ ਰਹੇ ਹੋ ਕਿ 3 ਮਹੀਨਿਆਂ ਦੇ ਵਿੱਚ 3 ਨੌਕਰੀਆਂ ਉਹਨਾਂ ਨੇ 2 ਛੱਡੀਆਂ ਨੇ, तीसरी लगी। एक 28 दिसंबर को सर आई थी, एक 18 जनवरी को रिजल्ट आया, उसमें भी निकला था। उसके बाद ये 13 मार्च को, वही जनवरी में इसका मेडिकल हो गया, निकल गया, इसको पूरा पक्का हो गया कि मैं हो जाऊंगा। तो फिर इसका 13 मार्च को ज्वाइनिंग किया। ਅੱਛਾ, ਜਦੋਂ ਦਸੰਬਰ ਦੇ ਵਿੱਚ CISF ਦਾ ਜਿਹੜਾ ਕਲੀਅਰ ਹੋਇਆ, ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਰੇਲਵੇ ਦੇ ਵਿੱਚ ਵੀ ਉਹਨਾਂ ਦਾ ਨਾਮ ਆ ਗਿਆ ਸੀ, ਸਿਲੈਕਸ਼ਨ ਹੋ ਗਈ ਸੀ। 18 जनवरी को उसका रिजल्ट आ गया, पास हो गया था। ਅੱਛਾ, ਜਦੋਂ ਉਹਨਾਂ ਨੇ ਸਿਲੈਕਸ਼ਨ ਹੋਈ ਸੀ, ਪਾਸ ਵੀ ਹੋਏ, ਜਦੋਂ ਉਹਨੇ ਤੁਹਾਡੇ ਬੇਟੇ ਨੇ ਤੁਹਾਨੂੰ ਦੱਸਿਆ ਹੋਣਾ ਕਿ ਮੈਂ ਨਹੀਂ ਜੁਆਇਨਿੰਗ ਕਰਨੀ, ਤੁਸੀਂ ਨੇ ਉਹਨੂੰ ਕਿਹਾ ਕਿ ਨੌਕਰੀਆਂ ਤਾਂ ਇੱਕ ਨਹੀਂ ਮਿਲਦੀ, ਤੈਨੂੰ 2 ਮਿਲ ਗਈਆਂ? बहुत दबाव डाला, 2 दिन बाद भी नहीं किया। मैं कहा मैं तो फुटपाथ पे धक्के खा रहा हूँ, तरह तरह के लोग आते हैं, मैं 25-26 साल कैसे निकाला। कोई भी होगा, छोटी पोस्ट हो बड़ी हो, जरूर 2 बार सुना के जाता है अगर कोई गलती है तो। हमें तो पता है रोड पे यहाँ ठेकेदारी में लगने वाले बड़े बड़े अफसरों की सिफारिश लगा के करते हैं, तेरे को तो मिली मिलाई के छोड़ रहा है। मैंने कहता जब मुझे नौकरी करना तो अच्छी क्यों ना करूँ। हाँ, ਮਾੜੀ ਨਹੀਂ CISF ਜਾਂ ਫਿਰ ਰੇलवे? नहीं, वो सर वो सैनिक की थी, ये स्टार की थी। उसके सोच पता मेरा कन्फर्म है। अफसर जो मेडिकल वगैरह की वो पहले क्लियर कर दी, तू तो हो गया 24 साल की उम्र तो हो रहा, आगे कुछ तू बन जाएगा। ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਸੀ ਤੁਹਾਡੇ ਬੇਟੇ ਨੂੰ, ਤੁਹਾਨੂੰ ਸੀ ਵੀ ਜੇ 2 नौकरियां ਛੱਡੀਆਂ ਨੇ ਵੀ ਮਿਲ। आठ थी सर कि नहीं आता है कोई भी कहीं कागज पत्र में लेकिन हो जाता तो ये भी चली जाएगी। मैं तो 2-3 दिन बहुत गुस्सा किया था। मैं कहा जो आई उसमें चला जा। राजस्थान ट्रेनिंग भी मिली थी, मेरे पास सारा भेजा था वो कि पापा इस जगह ऐसे ऐसे मिली। मेरे दोस्त उसका दोनों साथ हुए थे, दोस्त आज ट्रेनिंग कर रहा है। अब कहता मैं नहीं जाऊँगा। हाँ, कहता मैं करूँगा तो यहीं करूँगा, नहीं फिर पेपर दूंगा। सर तैयारी बड़ी कर रहा था ना, उसको कन्फर्म था कि मैं नौकरी ले लूँगा। ਅੱਛਾ, ਜਦੋਂ ਉਹਨਾਂ ਨੇ ਸਬ ਇੰਸਪੈਕਟਰ ਦਾ ਦੱਸਿਆ, ਉਦੋਂ ਕਿਵੇਂ ਕੀ ਕਰ ਰਹੇ ਸੀ ਤੁਸੀਂ ਤੇ ਕਿੰਨੀ ਕੁ ਉਦੋਂ ਖੁਸ਼ੀ ਤਾਂ ਹੁੰਦੀ ਹੈ ਜੋ ਪਰਿਵਾਰ ਨੂੰ ਹੁੰਦੀ? तो हाँ, मेरे माँ बाप, मेरे भाई, मेरे सबको बहुत हुई थी। हम लोग यहाँ से गए थे, उसकी ज्वाइनिंग करा के आए हैं, सारे खुश थे क्योंकि बेटी और मेरी घरवाली यहीं रहती है। सबको वही गए थे टिकट करा के, सारे खुश थे सर, रिश्तेदार ही खुश, सारे खुश थे। ਤੇ ਹੁਣ ट्रेनिंग शुरू होगी ਉਹਨਾਂ ਦੀ? हाँ सर, महीने हो गए, आज 13 तारीख, 1 महीने आज पूरा हो गया ट्रेनिंग को। 13 मार्च तो ट्रेनिंग शुरू हुई। हाँ सर, हाँ, सारा कुछ उसका कागज़ पत्र, ट्रेनिंग वर्दी सब कुछ हो गया। मतलब अब तैयारी ट्रेनिंग ही कर रहा है, बस 12 महीने की है। ਚਲੋ ਉਹਨਾਂ ਨੂੰ ਵੀ ਮਿਹਨਤ ਦਾ ਫਲ ਮਿਲਿਆ, ਤੁਸੀਂ ਵੀ ਜਿਹੜੀ ਮਿਹਨਤ बहुत ਕਰ। किया। जैसे आप कभी ये सोचो कि मैं फ़ोन करूँ 11 बजे या 12 बजे रात को, तो आपको पढ़ता मिलेगा वो। उसको लगन थी कि मैं क्या कर रहा हूँ, उसको देख के गया था, इसीलिए वो थोड़ा सा। ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਵੱਡੇ ਰੈਂਕ ਦੀ ਜਾਂ ਫਿਰ ਸਬ ਇੰਸਪੈਕਟਰ ਜਾਂ ਫਿਰ ਰੇਲਵੇ ਵਗੈਰਾ ਦੀ ਤਿਆਰੀ ਕਰ ਰਹੇ ਹੋ। ਤੁਸੀਂ ਦੱਸੋਗੇ ਕਿ ਕਿੰਨੇ ਕੁ ਘੰਟੇ ਤੁਹਾਡਾ ਬੇਟਾ ਪੜ੍ਹਦਾ ਸੀ? सर कम से कम वो 15 घंटा पढ़ता था, कम से कम 6 घंटे से ज़्यादा नहीं सोता था, क्योंकि सुबह 4 बजे दौड़ने के लिए चला जाता, रात 10 बजे तक बनाना खाता था, वही बीच बीच सोता था। दिन में कोचिंग, फिर उसकी तैयारी करना। ये पढ़ाई तो बहुत अच्छी किया सर, उसकी किस्मत। मैं ये नहीं कह सकता वो मेहनत किया, मेहनत तो बहुत ज़्यादा किया। चलो हम तो पैसे ही दिए हैं मेहनत करके, लेकिन वो अपनी मेहनत बहुत किया है। ਅੱਛਾ, ਉਹਨਾਂ ਨੂੰ ਵੀ ਮਿਹਨਤ ਦਾ ਫਲ ਮਿਲਿਆ, ਤੁਹਾਨੂੰ ਵੀ ਮਿਹਨਤ ਦਾ ਫਲ ਮਿਲਿਆ। ਹੁਣ ਫਿਰ ਉਧਰ ਸਬ ਇੰਸਪੈਕਟਰ ਹੋ ਤੁਹਾਡੇ ਬੇਟੇ ਜਿਹੜੇ ਭਰਤੀ ਹੋਏ ਨੇ, ਤੁਸੀਂ ਇੱਥੇ ਹੁਣ ਚੰਡੀਗੜ੍ਹ ਤੋਂ ਵਾਪਸ ਉੱਤਰ ਪ੍ਰਦੇਸ਼ ਜਾਓਗੇ ਜਾਂ ਇੱਥੇ ਹੀ ਰਹੋਗੇ? सर ये तो अपना बिजनेस है, जब तक चलेगा तब तक तो रहेंगे, क्योंकि इसी से मैं उनको किया। मेरी बेटी यहाँ मॉडल में पढ़ रही है, हाई स्कूल उसका भी 87% आया है, इंटर इस समय +2 में है। अब उसके लिए सोच रहा हूँ मेडिकल लिया है, नहीं उसके बाद उसकी भी तैयारी इलाहाबाद में करवा देंगे। करना तो पड़ेगा, अभी तो काम करेंगे, काम छोड़ने कोई। ਹੁਣ ਤੁਹਾਡੇ ਬੇਟੇ ਫਿਰ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਪਾਪਾ ਹੁਣ ਤਾਂ ਮੈਂ ਸਬ ਇੰਸਪੈਕटर ਲੱਗ ਗਿਆ, ਤੁਸੀਂ ਇਹ ਕੰਮ ਛੱਡ ਦਿਓ? सर ये बोला कि आपके ऊपर है, अगर आपसे नहीं होता है तो बहन को तो मैं पढ़ा लूँगा, कोई ऐसी बात नहीं है, तो अपने समय ठीक है। लेकिन अगर आपका बिजनेस है, बैठ के क्या करो, दिल करता है तो करो, नहीं अपना बैठ जाओ। ये नहीं कहता काम करो, कहता पापा कोई चिंता नहीं, आपकी जैसी मर्जी हो, हमारी तरफ से पूरी छूट है, अपना देख लो। हम कहे क्या करेंगे बैठ कर, बेटा मेरे पास आ रहा 400-600 रुपये तो आ ही रहा है, हम किसी से क्यों लेंगे। ਕਿੰਨੇ ਵਜੇ ਆ ਜਾਂਦੇ ਹੋ ਤੁਸੀਂ? ਕਿੰਨੇ ਵਜੇ? यहाँ 7:30 बजे आ जाते हैं, शाम 7:30 ਤੋਂ ਕਿੰਨੇ ਵਜੇ? 6।
शाम 6:30 11 ਘੰਟੇ ਤੁਸੀਂ ਰੇੜੀ सर वैसे तो मैं घर से 5:30 बजे निकलता हूँ, मंडी जाता हूँ ਸਮਾਨ ਵਗੈਰਾ ਤਿਆਰ सामान लेने। अब आप लगा लो 11 क्या 14-15 घंटे लग जाते हैं। हाँ, तो बस वो बच्चों की पढ़ाई देख के मैं लगा हूँ, बाकी इतनी मेहनत तो मुश्किलें होती सर, चाहे बरसात हो धूप हो। लेकिन अब बच्चे पढ़ रहे हैं, बेटियाँ हमारे 2 हैं, एक बीए करके कंप्यूटर कर रही है। अब भाई को देख के उसका भी हौसला बढ़ गया, कहता पापा मैं GNM करूँगा, मुझे भी मिल जाएगी, उसकी नौकरी ज़्यादा आती है। ये तो मेडिकल लिए है छोटी वाली, लेकिन छोटी वाले को बेटा ही पढ़ाएगा। कहता आपसे नहीं मतलब, मैं इलाहाबाद ले जाऊँगा इसको, यहाँ नहीं छोड़ूंगा, यहाँ ना वहाँ चंडीगढ़ में बड़े लोग हैं, उसके आगे इसको नौकरी नहीं मिलेगी। ਤੁਹਾਡਾ ਮਨ ਆ ਕਿ ਚੰਡੀਗੜ੍ਹ ਰਹਿ ਕੇ ਤੁਸੀਂ ਇਹੀ ਕੰਮ करना मैं तो सर जब तक अपना बिजनेस है तब तक करेंगे, नया काम कोई नहीं करेंगे। अगर ये बंद हो जाता है फिर यूपी जाएंगे। और ਚਲੋ ਮੁਬਾਰਕਬਾਦ ਇੱਕ थैंक यू सर, थैंक यू सर। ਸੋ ਇਹ ਸੀ ਬਾਬੂ ਲਾਲ ਜੀ, ਜਿਨ੍ਹਾਂ ਦੇ ਕਿ ਇੱਥੇ ਪਿਛਲੇ 25 ਜਾਂ 26 ਸਾਲਾਂ ਤੋਂ ਵੀ ਵਧੇਰਾ ਸਮਾਂ ਉਹਨਾਂ ਨੂੰ ਹੋ ਚੁੱਕਿਆ ਹੈ ਕਿ ਇੱਥੇ ਰੇੜੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ। ਤੇ ਇਹਨਾਂ ਦੇ ਬੇਟੇ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਜੋ ਕਿ ਸਬ ਇੰਸਪੈਕਟਰ ਭਰਤੀ ਹੋਏ ਨੇ ਪੁਲਿਸ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ। ਉਹਨਾਂ ਦੀ ਵੀ ਮਿਹਨਤ ਸੀ ਅਤੇ ਨਾਲ ਇਹਨਾਂ ਦੀ ਵੀ 26 ਸਾਲਾਂ ਤੋਂ ਵੱਧ ਦੀ ਮਿਹਨਤ ਸੀ। ਅਤੇ ਹੁਣ ਵੀ ਇਹਨਾਂ ਨੂੰ ਕਹਿੰਦੇ ਨੇ ਕਿ ਜ਼ਮੀਨ ਦੇ ਨਾਲ ਉਹੀ ਬੰਦਾ ਜਿਹੜਾ ਇਨਸਾਨ ਜੁੜਿਆ ਹੁੰਦਾ ਵਿਅਕਤੀ, ਜੋ ਕਦੇ ਹਉਮੈ ਜਾਂ ਫਿਰ ਜਿਹੜੀ ਮੈਂ ਹੁੰਦੀ ਆ ਆਪਣੇ ਦੇ ਵਿੱਚ ਕਦੇ ਲੈ ਕੇ ਨਾ ਆਵੇ। ਅਤੇ ਅੱਜ ਵੀ ਕਹਿ ਰਹੇ ਨੇ ਕਿ ਬੇਟਾ ਭਾਵੇਂ ਸਬ ਇੰਸਪੈਕਟਰ ਲੱਗ ਚੁੱਕਿਆ, ਪਰ ਮੈਂ ਹੁਣ ਵੀ ਜਿਹੜਾ ਇਹ ਕੰਮ ਕਰ ਰਿਹਾ ਸੀ, ਜਿਹੜੀ ਮੈਂ ਮਿਹਨਤ ਕਰ ਰਿਹਾ ਸੀ, ਉਹ ਇਸੇ ਤਰੀਕੇ ਦੇ ਨਾਲ ਕਰਦਾ ਰਹਾਂਗਾ। ਅਤੇ ਵਾਕਿਆ ਦੇ ਵਿੱਚ ਜਦੋਂ ਸੱਚੀ ਮਿਹਨਤ ਤੇ ਸੱਚੀ ਲਗਨ ਦੇ ਨਾਲ ਕੋਈ ਵੀ ਕੰਮ ਕਰਦੇ ਹੋ ਤਾਂ ਫਿਰ ਪਰਮਾਤਮਾ ਇੱਕ ਦਿਨ ਤੁਹਾਨੂੰ ਸਫਲਤਾ ਜ਼ਰੂਰ ਦਿਖਾਉਂਦਾ ਤੇ ਪਰਮਾਤਮਾ ਹੀ ਤੁਹਾਡੀ ਬਾਂਹ ਜ਼ਰੂਰ ਫੜਦਾ। ਵੀਡੀਓ ਜਰਨਲਿਸਟ ਗੁਰਿੰਦਰ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਓਨਲੀ, ਚੰਡੀਗੜ੍ਹ।